डियर स्टूडेंट्स, इस वीडियो ਦੇ ਵਿੱਚ ਅਸੀਂ ਕਲਾਸ 9th ਦੇ ਚੈਪਟਰ 12 ਦੀ ਐਕਸਰਸਾਈਜ਼ 12.2 ਨੂੰ ਸਟਾਰਟ ਕਰਾਂਗੇ। ਸੋ ਜਿਵੇਂ ਕਿ ਜੋ ਪਿਛਲੀ ਐਕਸਰਸਾਈਜ਼ ਸੀਗੀ 12.1 ਉਸ ਦੇ ਵਿੱਚ ਅਸੀਂ ਸਿੱਖਿਆ ਕਿਸੇ ਟ੍ਰਾਇੰਗਲ ਦਾ ਏਰੀਆ ਫਾਈਂਡ ਆਊਟ ਕਰਨਾ ਬਾਈ ਯੂਜ਼ਿੰਗ ਹੈਰੋਨਸ ਫਾਰਮੂਲਾ। ਉਸ ਐਕਸਰਸਾਈਜ਼ ਦੇ ਵਿੱਚ ਕੀ ਸੀਗਾ, ਜਸਟ ਥੋੜਾ ਜਿਹਾ ਰਿਵਾਈਜ਼ ਕਰਨ ਦੇ ਲਈ ਕਿ ਸਪੋਜ਼ ਕਰ ਲਓ ਕਿ ਤੁਹਾਡੇ ਕੋਲ ਕੋਈ ਟ੍ਰਾਇੰਗਲ ਹੈ। ਹੁਣ इस ट्राइंगल ਦੀਆਂ ਤੁਹਾਨੂੰ ਸਾਈਡਸ ਗਿਵਨ ਹਨ A, B ਐਂਡ C। ਤਾਂ ਤੁਸੀਂ ਇਸ ਟ੍ਰਾਇੰਗਲ ਦਾ ਏਰੀਆ ਫਾਈਂਡ ਆਊਟ ਕਰ ਸਕਦੇ ਹੋ ਬਾਈ ਯੂਜ਼ਿੰਗ ਹੈਰਨਸ ਫਾਰਮੂਲਾ। ਹੈਰਨਸ ਫਾਰਮੂਲਾ ਕੀ ਸੀਗਾ, ਇਹ ਨਾ ਤਿੰਨਾਂ ਸਾਈਡਸ ਤੋਂ ਤੁਹਾਨੂੰ ਸਭ ਤੋਂ ਪਹਿਲਾਂ ਸੈਮੀ ਪੈਰੀਮੀਟਰ ਕਾਊਂਟ ਕਰਨਾ ਪੈਂਦਾ ਸੀਗਾ, ਫਾਈਂਡ ਆਊਟ ਕਰਨਾ ਪੈਂਦਾ ਸੀਗਾ। ਜਦੋਂ ਤੁਹਾਡੇ ਕੋਲ ਸੈਮੀ ਪੈਰੀਮੀਟਰ ਆ ਜਾਂਦਾ S, ਤਾਂ ਤੁਸੀਂ ਈਜ਼ੀਲੀ ਜੋ ਫਾਰਮੂਲਾ ਸੀ ਸਾਡੇ ਕੋਲ S ਮਾਈਨਸ A S B ਐਂਡ S ਮਾਈਨਸ C, ਇਸ ਫਾਰਮੂਲੇ ਦੀ ਹੈਲਪ ਦੇ ਨਾਲ ਤੁਸੀਂ ਈਜ਼ੀਲੀ ਇਸ ਟ੍ਰਾਇੰਗਲ ਦਾ ਏਰੀਆ ਫਾਈਂਡ ਆਊਟ ਕਰ ਸਕਦੇ ਹੋ। ਇਹ ਸੀਗਾ ਏਰੀਆ ਦਾ ਫਾਰਮੂਲਾ। ਸੋ ਹੁਣ ਜੋ ਕਰੰਟ ਐਕਸਰਸਾਈਜ਼ ਹੈ 12.2, ਇਸ ਐਕਸਰਸਾਈਜ਼ ਦੇ ਵਿੱਚ ਅਸੀਂ ਕੀ ਸਿੱਖਾਂਗੇ। ਹੁਣ ਦੇਖੋ ਕੋਈ ਵੀ ਕੁਆਡੀਲੇਟਰਲ ਹੈ, ਕੁਆਡੀਲੇਟਰ ਉਹ ਹੁੰਦੀ ਹੈ ਸ਼ੇਪ ਜਿਸ ਦੀਆਂ ਚਾਰ ਸਾਈਡਸ ਹੁੰਦੀਆਂ ਹਨ। ਸੋ ਇੱਕ ਕੁਆਡੀਲੇਟਰਲ ਹੈ, ਇਸ ਦਾ ਏਰੀਆ ਫਾਈਂਡ ਕਰਨਾ ਬਾਈ ਯੂਜ਼ਿੰਗ ਹੈਰਨਸ ਫਾਰਮੂਲਾ। ਉਹ ਕਿਵੇਂ ਪੋਸੀਬਲ ਹੈ, ਸਪੋਜ਼ ਕਰ ਲਓ ਜੋ ਇਹ ਗਿਵਨ ਤੁਹਾਨੂੰ ਕੁਆਡੀਲੇਟਰਲ ਹੈ, ਇਸ ਨੂੰ ਅਸੀਂ ਡਿਵਾਈਡ ਕਰ ਦਈਏ ਇਸ ਤਰੀਕੇ ਨਾਲ ਬਾਈ ਡਰਾਇੰਗ ਅ ਲਾਈਨ। ਹੁਣ ਦੇਖੋ ਇਹਦੇ ਵਿੱਚ ਕਿ ਜੋ ਉੱਪਰਲਾ ਪਾਰਟ ਹੈ ਇਹ ਵਾਲਾ, ਇਹ ਵੀ ਇੱਕ ਟਰਾਇੰਗਲ ਹੈ, ਇਹ ਵੀ ਇੱਕ ਟਰਾਇੰਗਲ ਹੈ। ਸੋ ਅਸੀਂ ਦੋਨਾਂ ਟਰਾਇੰਗਲਸ ਦਾ ਏਰੀਆ ਫਾਈਂਡ ਆਊਟ ਕਰਾਂਗੇ, ਦੋਨਾਂ ਨੂੰ ਪਲੱਸ ਕਰ ਦਾਂਗੇ, ਤਾਂ ਸਾਡੇ ਕੋਲ ਇੱਕ ਕੰਪਲੀਟ ਜੋ ਕੁਆਡੀਲੇਟਰਲ ਹੈ ਉਸ ਦਾ ਏਰੀਆ ਆ ਜਾਏਗਾ। ਸੋ ਜਸਟ ਕੰਮ ਪਹਿਲਾਂ ਵਾਲਾ ਹੀ ਹੈ ਜੋ ਪਹਿਲੀ ਐਕਸਰਸਾਈਜ਼ ਦੇ ਵਿੱਚ ਕੀਤਾ। ਸਾਨੂੰ ਸਾਈਡਸ ਪਤਾ ਹੋਣ ਤਾਂ ਅਸੀਂ ਟਰਾਇੰਗਲ ਦਾ ਏਰੀਆ ਫਾਈਂਡ ਆਊਟ ਕਰ ਸਕਦੇ ਹਾਂ। ਕਰਨਾ ਇਹਦੇ ਵਿੱਚ ਕੁਆਡੀਲੇਟਰਲ ਦਾ ਹੈ, ਕੁਆਡੀਲੇਟਰ ਨੂੰ ਜਸਟ ਡਿਵਾਈਡ ਕਰਨਾ ਹੈ, ਦੋ ਜਾਂ ਦੋ ਤੋਂ ਵੱਧ ਜਿੰਨੇ ਵੀ ਉਹ ਟਰਾਇੰਗਲਸ ਦੇ ਵਿੱਚ ਉਹਨੂੰ ਡਿਵਾਈਡ ਕਰ ਸਕਦੇ ਹਾਂ, ਜਿੰਨੀਆਂ ਉਹਦੀ ਸਾਈਡਸ ਆਪਾਂ ਕੰਪਿਊਟ ਕਰ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਉਹ ਜੋ ਛੋਟੇ ਛੋਟੇ ਜਿੰਨੇ ਵੀ ਟਰਾਇੰਗਲਸ ਬਣੇ ਕੁਆਡੀਲੇਟਰ ਦੇ ਅੰਦਰ, ਉਹਨਾਂ ਦਾ ਏਰੀਆ ਫਾਈਂਡ ਆਊਟ ਕਰਾਂਗੇ, ਉਹਨਾਂ ਨੂੰ ਪਲੱਸ ਕਰ ਦਾਂਗੇ, ਹੋਲ ਕੁਆਡੀਲੇਟਰ ਦਾ ਏਰੀਆ ਸਾਡੇ ਕੋਲ ਆ ਜਾਏਗਾ। ਸੋ ਸਟਾਰਟ ਕਰੀਏ ਜੋ ਪਹਿਲਾ ਜੋ ਅਨਸੋਲਵਡ ਸਮ ਹੈ ਉਸ ਦੇ ਨਾਲ। ਜੋ ਫਸਟ ਸਮ ਹੈ ਉਸ ਦੇ ਵਿੱਚ ਸਾਨੂੰ ਗਿਵਨ ਕੀ ਹੈ, ਇਹ ਪਾਰਕ ਇਨ ਦ ਸ਼ੇਪ ਆਫ ਕੁਆਡੀਲੇਟਰਲ ABCD। ਸਾਨੂੰ ਗਿਵਨ ਕੀ ਹੈ, ਇੱਕ ਪਾਰਕ ਗਿਵਨ ਹੈ ਇਨ ਦ ਸ਼ੇਪ ਆਫ ਕੁਆਡੀਲੇਟਰਲ ABCD। ਸੋ ਉਹਦੀ ਸ਼ੇਪ ਕੀ ਹੈ ABCD, ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਹੀ ਰਹੇ ਹੋ। ਕੁਆਡੀਲੇਟਰ ਕੀ ਹੁੰਦਾ ਹੈ, ਕੁਆਡ ਮੀਨਸ 4, ਜਿਹਦੀ ਉਹ ਸ਼ੇਪ ਜਿਹਦੀਆਂ 4 ਸਾਈਡਸ ਹੁੰਦੀਆਂ ਹਨ, ਜਿਵੇਂ ਕਿ ਇੱਥੇ ABCD ਇਹਦੇ ਕਾਰਨਰਸ ਹਨ। ਸੋ ਇਹ ਇੱਕ ਪਾਰਕ ਹੈ, ਕੁਆਡੀਲੇਟਰ ਸ਼ੇਪ ਦੇ ਵਿੱਚ ਹੈ। ਤਾਂ ਜੋ ਉਹਦਾ ਐਂਗਲ C ਹੈ ਉਹ ਤੁਸੀਂ ਇੱਥੇ ਦੇਖ ਸਕਦੇ ਹੋ, ਉਹ 90 ਡਿਗਰੀ ਹੈ। ਇਹ ਸਾਨੂੰ ਗਿਵਨ ਹੈ ਕਿ ਐਂਗਲ C ਇਜ਼ ਇਕੁਅਲ ਟੂ 90 ਡਿਗਰੀ। ਇੱਥੇ ਜੋ ਐਂਗਲ ਹੈ ਉਹ ਹੈ 90 ਡਿਗਰੀ ਦੇ ਇਕੁਅਲ ਟੂ। ਹੁਣ ਜੋ AB ਸਾਈਡ ਹੈ, AB ਉਹ ਗਿਵਨ ਹੈ 9 ਮੀਟਰ। ਜੋ BC ਸਾਈਡ ਹੈ ਉਹ ਗਿਵਨ ਹੈ 12 ਮੀਟਰ। जो CD है वो गिवन है 5 मीटर एंड जो AD है वो गिवन है 8 मीटर। हाउ मच एरिया डज इट ऑक्यूपाई। सो असी ये फाइंड आउट करना है कि जो ABCD क्वाड्रिलेटरल है ये कितना एरिया ऑक्यूपाई करता है। हुण असी हेरनस फार्मूले की हेल्प के नाल ये प्रॉब्लम नूं सॉल्व करांगे। वी हैव टू फाइंड आउट द एरिया ऑफ ABC एंड D क्वाड्रिलेटरल। ਹੁਣ ਜਦੋਂ ਸਾਡੇ ਕੋਲ ਐਸਾ ਇੱਕ ਕੁਆਡੀਲੇਟਰਲ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ, ਇਸ ਕੁਆਡੀਲੇਟਰਲ ਨੂੰ ਡਿਵਾਈਡ ਕਰਾਂਗੇ ਦੋ। ਹੁਣ ਜਦੋਂ ਅਸੀਂ ਇਸ ਤਰੀਕੇ ਨਾਲ ਇਹਨੂੰ ਡਿਵਾਈਡ ਕਰ ਲਿਆ ਤਾਂ ABD ਜੋ ਸਾਡੇ ਕੋਲ ਇਹ ਵੀ ਇੱਕ ਟਰਾਇੰਗਲ ਆ ਗਿਆ, BCD ਇਹ ਵੀ ਸਾਡੇ ਕੋਲ ਕੀ ਆ ਗਿਆ, ਇੱਕ ਟਰਾਇੰਗਲ ਆ ਗਿਆ। ਹੁਣ ਇੱਕ ਚੀਜ਼ ਦੇਖੋ, ਜੇ ਅਸੀਂ ਪੂਰੇ ਕੁਆਡੀਲੇਟਰਲ ABC एंड D का एरिया फाइंड आउट करना है तो जे असी A B D ट्राइंगल का अलग तो एरिया फाइंड कर लीए एंड B D
सी ट्रायंगल का अलग तो एरिया फाइंड आउट कर लीए तो साढ़े कोल कंप्लीट एरिया आ जाएगा। जो ए बी डी ट्रायंगल है वो इस तरीके ना शेड में कर देना, ए बी डी ट्रायंगल, दिस इज द ए बी डी ट्रायंगल। एंड जो बी सी डी ट्रायंगल है वो मैं दूसरी लाइन्स के नाल शेड इत्थे कर दिता ताकि तुहानूं समझ आ जाए। ये दो कंप्लीट जो शेडिड एरिया है असीं फाइंड आउट करना है। सो जो स्लिपिंग जो हॉरिजॉन्टल लाइन्स है वो ए बी डी ट्रायंगल है, दूसरा ट्रायंगल वर्टिकल लाइन्स है वो बी डी सी ट्रायंगल है। सो हुण असीं फाइंड आउट किस तरीके नाल करांगे। ए बी डी ट्रायंगल दे विच सानूं दो साइड्स गिवन हन, ए डी इज इक्वल टू 8 एंड ए बी इज इक्वल टू 9। हुण पर द थर्ड साइड गिवन नहीं है सानूं, वो कितनी है बी एंड टी। ये साडे कोल थर्ड साइड आ जाए तो असीं ईजीली ट्रायंगल का एरिया फाइंड आउट कर सकते हैं ए डी बी। सेम केस किहड़े ट्रायंगल ना है बी सी एंड डी ट्रायंगल ना, उहदे विच भी सानूं जो बी सी साइड है वो 12 है, डी सी साइड 5 मीटर है, पर साडे कोल जो बी डी साइड है बी डी साइड गिवन नहीं है। सो असीं इन्हां ट्रायंगल्स का एरिया हले फाइंड नहीं कर सकते जदों तक साडे कोल बी डी लाइन की मेजरमेंट ना आ जाए। सो बी डी लाइन नूं किस तरीके नाल मेजर कर सकते हैं। सो असीं जो पहलां सीखे हुए कंसैप्ट हैं वो इत्थे यूज़ करांगे। सपोज करो बी सपोज नहीं गिवन है थानू बी सी एंड डी ट्रायंगल की है 90 डिग्री का। सो 90 डिग्री जो ये ट्रायंगल मतलब राइट एंगल ट्रायंगल हो गया। हुण राइट एंगल ट्रायंगल जे होवे तां उहदे विच साडे कोल एक थ्योरम है पाइथागोरस थ्योरम। पाइथागोरस थ्योरम की इंप्लाई करती है hypotenuse the square is always equal to perpendicular square plus base the square। so a है hypotenuse, a है perpendicular, a है base। so इस डायग्राम दे विच की हन hypotenuse की है बी टी, perpendicular की है बी सी द स्क्वायर प्लस बेस की है डी सी द स्क्वायर। ये किस ट्रायंगल की गल कर रहे हैं आप इन ट्रायंगल बी सी एंड टी। सो इस ट्रायंगल दे विच जो एंगल तो 90 है ही है तो साडे कोल ये रिलेशन आ जाना है बाय पाइथागोरस थ्योरम। सो हुण असी की फाइंड आउट कर सकते हैं जे असीं इहदे विच वैल्यू सबसटीट्यूट कर दिए बी डी की वैल्यू जो है वो असीं फाइंड आउट करनी है। सो लैट इट बी बी डी। सो बी डी नूं बी डी रहन दिता, बी सी की वैल्यू क्यों है जो बी सी है उसकी वैल्यू क्यों आएगी 12 द स्क्वायर, जो डी सी की वैल्यू है वो है 5 द स्क्वायर। सो इसनूं जे 12 द स्क्वायर करिए 144, 5 द स्क्वायर करिए प्लस 25। सो दोनों ऐड करिए तो साडे कोल क्या आ जाता है 169। सो बी डी द स्क्वायर आएगा इक्वल टू 169। सो इस तो नैक्सट साडे कोल क्या आ जाएगा बी डी इज इक्वल टू स्क्वायर रूट 169 13 मल्टीप्लाई 13 कि इक्वल टू होंगे 169 दे। जे असीं इहनूं फैक्टराइज करिए तो दो एक पेयर आ गया 13 का, दोनों चो एक बाहर आ जाएगा 13। सो बी डी की वैल्यू साडे कोल की आ गई है 13। सो जो इहदे विच गिवन सी बी, सो ए बी डी जो है इस ट्रायंगल दे विच भी सानू तिन्ने साइड्स गिवन आ गई। ये तिन्ने साइड्स गिवन हन तो असीं इसनूं ईजीली किस तरीके नाल हीरन्स फार्मूले दे नाल इहदा एरिया फाइंड आउट कर सकते हैं। दूसरा की है जो ट्रायंगल बी डी सी है उस दे विच भी तिन्ने साइड्स साडे कोल गिवन आ गई तो वी कैन ईजीली फाइंड आउट द एरिया ऑफ द बोथ ट्रायंगल्स बाय यूजिंग हीरन्स फार्मूला। एंड आफ्टर दैट वी विल add the areas of both the triangles and will be able to get the area of the quadrilateral ABCD। ਹੁਣ दूसरा वे की है इसनूं सॉल्व करन दे लई जे तुहाडे कोल दो वारी हीरन्स फार्मूला लगाउण दे नाल सम लंबा हुंदा है तां
ਤੁਸੀਂ ਕੀ ਕਰ ਸਕਦੇ ਹੋ, ਏ ਬੀ ਡੀ ਟਰਾਇੰਗਲ ਜਿਹੜਾ ਹੈ ਇਹਦੇ ਵਿੱਚ ਤਾਂ ਸਾਨੂੰ ਹੀਰਨਸ ਫਾਰਮੂਲਾ ਲਗਾ ਕੇ ਹੀ ਫਾਈਂਡ ਆਊਟ ਕਰਨਾ ਪਏਗਾ ਏਰੀਆ। ਸੋ ਉਹਨੂੰ ਕਰੋ। ਜੋ ਬੀ ਡੀ ਸੀ ਟਰਾਇੰਗਲ ਹੈ, ਇਸ ਟਰਾਇੰਗਲ ਦੇ ਵਿੱਚ ਤੁਸੀਂ ਕੀ ਕਰੋ, ਹਾਫ ਬੇਸ ਇੰਟੂ ਪਰਪੈਂਡੀਕੂਲਰ ਦੇ ਨਾਲ ਡਾਇਰੈਕਟ ਏਰੀਆ ਵੀ ਫਾਈਂਡ ਆਊਟ ਕਰ ਸਕਦੇ ਹਾਂ, ਕਿਉਂਕਿ ਇਟ ਇਜ਼ ਅ ਰਾਈਟ ਐਂਗਲ ਟਰਾਇੰਗਲ ਐਂਡ ਵੀ ਆਰ ਗਿਵਨ ਵਿਦ ਦਾ ਹਾਈਟ ਐਂਡ ਬੇਸ ਆਫ ਦਿਸ ਟਰਾਇੰਗਲ। ਸੋ ਇਸ ਟਰਾਇੰਗਲ ਨੂੰ ਅਸੀਂ ਹਾਫ ਬੇਸ ਇੰਟੂ ਐਲਟੀਟਿਊਡ ਦੇ ਨਾਲ ਹੀ ਫਾइंड आउट कर सकते हैं। एल्टीट्यूड मीनस हाइट। तो जो AD है, ADB ट्रायंगल है, इस ट्रायंगल का एरिया असी हीरन्स फार्मूले के नाल ही फाइंड आउट करांगे। सो स्टार्ट करिए सॉल्यूशन। इन ट्रायंगल BDC, सब तो पहला तो असी BDC, जो BDC ट्रायंगल है, एंगल C इज इक्वल टू 90 डिग्री। क्यों है, नाल रीजन जरूर मैंशन करने हर चीज़ के, ये गिवन है। सो जो एंगल C है वो 90 डिग्री के इक्वल। दिस इंप्लाइज जो BD का स्केयर है वो BC का स्केयर प्लस DC के स्केयर के बराबर आ जाएगा, क्योंकि पाइथागोरस थ्योरम के नाल। सो इस सॉल्व होने से किया वो सेम ही है। सो साढ़े को BD की वैल्यू की हैगी है 13 मीटर। सो जो BD की वैल्यू साढ़े को 13 मीटर आ गई है, दैट इज BD इज इक्वल टू 13 मीटर। हुण असी गल करांगे इन ट्रायंगल ABD दी। सो इन ट्रायंगल ABD, हुण ABD ट्रायंगल जो है उस दे विच की सानू गिवन है, AP is equal to 9 meter and AT is equal to 8 meter and BD जो असी हुण फाइंड आउट किया है is equal to 13 मीटर। हुण साडे कोल तिन्ने साइड्स ऑफ ट्रायंगल ABD आ चुकी हैं। Now we will find out the semi perimeter of triangle ABD. So semi perimeter of triangle ABD क्या होगा, AB plus BD plus DA over 2, that is तिन्ने साइड्स नू प्लस करके 2 ना डिवाइड कर देना। तिन्ने साइड नू प्लस करांगे साडे को पेरीमीटर आ जाएगा, तो उसनू 2 ना डिवाइड करांगे तो सैमी पेरीमीटर आ जाएगा। सो जो S है वो साडे कोल किस दे इक्वल आ गया, AB की वैल्यू भर दो सारिਆਂ ਦੀ 9 प्लस 8 प्लस 13। सो असी सबसटीट्यूट करती सारिਆਂ ਦੀਆਂ वैल्यूज़ इत्थे, तो इस तो बाद इसनू डिवाइड कर देना 2 ਦੇ ਨਾਲ। सो अगेन सो जो 9 प्लस 8 प्लस 13 की वैल्यू है वो की है, वो साढ़े को आई है 30। सो जो 30 ਨੂੰ 2 ਨਾਲ डिवाइड करांगे तो साढ़े को जो वैल्यू आएगी वो आएगी 15। सो जो सैमी पेरीमीटर है वो साढ़े को की आया है 15 मीटर। S इज इक्वल टू 15 मीटर। हुण इस तो बाद नाउ बाय एरिया ऑफ ट्रायंगल ABD किस दे इक्वल टू आएगा, दैट इज स्क्वायर रूट S जो इसका सैमी पेरीमीटर सीगा, ब्रैकेट स्टार्ट S माइनस AB जो इसकी एक साइड है, अगेन ब्रैकेट स्टार्ट S माइनस जो नेक्स्ट साइड है AD, सो S माइनस AD। सो ब्रैकेट क्लोज, अगेन ब्रैकेट स्टार्ट S माइनस, तो लास्ट साइड है B एंड D। हुण असी इन सारे वैल्यूज़ में इत्थे सबसटीट्यूट कर देंगे, साढ़े कोल की आ जाएगा, इसमें मल्टीप्लाई करके हीरन्स फार्मूला। सो स्टार्ट करिए इसकी कैलकुलेशन। सो S की असी फाइंड आउट किया है 15, ब्रैकेट स्टार्ट 15 माइनस फर्स्ट साइड इज 9, अगेन ब्रैकेट क्लोज, ब्रैकेट स्टार्ट 15 माइनस 8, ब्रैकेट क्लोज, ब्रैकेट स्टार्ट 15 माइनस 13। सो अगेन 15
15 ਤਾਂ ਐਜ਼ ਇਟ ਇਜ਼ ਰਹਿ ਜਾਏਗਾ। ਜਦੋਂ ਅਸੀਂ 15 ਦੇ ਵਿੱਚੋਂ 9 ਮਾਈਨਸ ਕੀਤਾ ਤਾਂ ਸਾਡੇ ਕੋਲ ਕੀ ਆਇਆ 6। ਜਦੋਂ 15 ਦੇ ਵਿੱਚੋਂ 8 ਮਾਈਨਸ ਕੀਤਾ ਤਾਂ ਸਾਡੇ ਕੋਲ ਕੀ ਆਇਆ 7। ਐਂਡ ਜਦੋਂ 15 ਚੋਂ ਅਸੀਂ 13 ਨੂੰ ਮਾਈਨਸ ਕੀਤਾ ਤਾਂ ਸਾਡੇ ਕੋਲ ਕੀ ਆਇਆ 2। ਜਿਵੇਂ ਕਿ ਮੈਂ ਤੁਹਾਨੂੰ ਪਹਿਲੀ ਵੀਡੀਓਜ਼ ਦੇ ਵਿੱਚ ਵੀ ਦੱਸਿਆ ਕਿ ਇਹਨਾਂ ਸਾਰਿਆਂ ਨੂੰ ਮਲਟੀਪਲਾਈ ਕਰਕੇ ਇੱਕ ਵੱਡੀ ਜਿਹੀ ਟਰਮ ਲਿਆਉਣ ਦੀ ਜਗ੍ਹਾ ਤੇ ਅਸੀਂ ਇਹਨਾਂ ਨੂੰ ਫਰਦਰ ਫੈਕਟਰਾइज करांगे ਤਾਂ ਜੋ ਕਿ ਈਜ਼ੀਲੀ ਅਸੀਂ ਬ੍ਰੈਕਟ ਜੋ ਸਕੁਅਰ ਰੂਟ ਹੈ ਉਸ ਨੂੰ ਸੋਲਵ ਕਰ ਸਕੀਏ। ਸੋ 15 ਦਾ ਜੇ ਅਸੀਂ ਫੈਕਟਰਾਈਜੇਸ਼ਨ ਕਰੀਏ ਪ੍ਰਾਈਮ ਫੈਕਟਰ ਤਾਂ ਸਾਡੇ ਕੋਲ ਕੀ ਆਏਗਾ 3 ਮਲਟੀਪਲਾਈਡ ਬਾਈ 5। ਸੋ 3 ਮਲਟੀਪਲਾਈਡ ਬਾਈ 5 ਇਜ਼ ਇਕੁਅਲ ਟੂ 15 ਆ ਗਿਆ। ਮਲਟੀਪਲਾਈਡ ਬਾਈ 6 ਸੀਗਾ 2 ਮਲਟੀਪਲਾਈਡ ਬਾਈ 3 6 ਦੀ ਜਗ੍ਹਾ ਤੇ ਲਿਖ ਦਾਂਗੇ 2 3 ਆ 6। ਸੋ 7 as it is because 7 is a prime and 2 will also remain the same because 2 is also a prime। so ਹੁਣ ਇਹਨਾਂ ਦੀ ਪੇਅਰਿੰਗ ਕਰਾਂਗੇ ਅਸੀਂ ਇੱਥੇ। ਪੇਅਰਿੰਗ ਦੇ ਵਿੱਚ ਕੀ ਕਰਨਾ ਹੈ ਜੋ ਸੇਮ ਹਨ ਨੰਬਰਸ ਉਹਨਾਂ ਨੂੰ ਇਕੱਠੇ ਕਰ ਲਓ ਬਾਕੀ ਸਾਈਡ ਤੇ ਕਰ ਦਿਓ। ਸੋ ਇਹਦੀ ਪੇਅਰਿੰਗ ਜਿਵੇਂ ਸਭ ਤੋਂ ਛੋਟਾ ਕੀ ਹੈ 2 ਹੈ। ਸੋ 2 ਕਿੰਨੀ ਵਾਰੀ ਆਇਆ ਹੈ 2 ਵਾਰੀ ਆਇਆ ਇਹਦੇ ਵਿੱਚ। 2 ਨੂੰ 2 ਟਾਈਮਸ ਲਿਖ ਲੈਣਾ ਇੱਥੇ। ਸੋ 2 ਟਾਈਮਸ ਲਿਖਣ ਤੋਂ ਬਾਅਦ 3 ਦੀ ਵਾਰੀ ਆਏਗੀ। 3 ਨੂੰ ਕਿੰਨੇ ਟਾਈਮਸ ਲਿਖਣਾ 3 ਵੀ 2 ਟਾਈਮਸ ਹੀ ਹੈ। ਸੋ 3 ਮਲਟੀਪਲਾਈਡ ਬਾय 3 ਇਸ ਤੋਂ ਬਾਅਦ ਕੀ ਆਇਆ 5 ਇਸ ਤੋਂ ਬਾਅਦ ਕੀ ਆਇਆ ਸਾਡੇ ਕੋਲ 7। ਸੋ ਹੁਣ ਇਸ ਤੋਂ ਅੱਗੇ ਇਹਨਾਂ ਦੇ ਪੇਅਰ ਦੇ ਵਿੱਚੋਂ ਇੱਕ ਇੱਕ ਆਊਟ ਹੋ ਜਾਏਗਾ। 5 ਤੇ 7 ਦੇ ਪੇਅਰ ਨਹੀਂ ਬਣੇ ਸੋ 5 ਤੇ 7 ਰੂਟ ਦੇ ਅੰਡਰ ਹੀ ਰਹਿਣਗੇ। ਸੋ ਸਾਡੇ ਕੋਲ ਇਸ ਪੇਅਰ ਚੋਂ ਆਇਆ 2 ਮਲਟੀਪਲਾਈਡ ਬਾय 3 ਇਹ ਦੋ ਬਾਹਰ ਆ ਗਏ ਰੂਟ ਦੇ ਵਿੱਚੋਂ ਤੇ ਰੂਟ ਦੇ ਅੰਦਰ ਕੀ ਰਹੇਗਾ 5 ਮਲਟੀਪਲਾਈ ਬਾय 7। ਸੋ ਸਾਡੇ ਕੋਲ ਆਨਸਰ ਕੀ ਆਇਆ ਇੱਥੇ 6 ਰੂਟ 35। ਸੋ ਇਸ ਨੂੰ ਅਸੀਂ ਲੈ ਲਈਏ ਨੰਬਰ 1। ਇਹ ਜੋ ਕੀ ਆਇਆ ਹੈ ਇਹ ਸਾਡੇ ਕੋਲ ਜੋ ਇੱਥੇ ਏਰੀਆ ਹੈ ਜੋ ਮੈਂ ਪਹਿਲਾਂ ਵੀ ਸ਼ੀਟ ਕੀਤਾ ਦੁਬਾਰਾ ਕਰ ਰਿਹਾ ਇਹ ਸ਼ੇਡਡ ਏਰੀਆ ਦਾ ਸ਼ੇਡਡ ਟ੍ਰਾਇੰਗਲ ਦਾ ਏਰੀਆ। ਸੋ ਹੁਣ ਅਸੀਂ BCD ਟ੍ਰਾਇੰਗਲ ਨੂੰ ਦਾ ਏਰੀਆ ਨੂੰ ਫਾਈਂਡ ਆਊਟ ਕਰਾਂਗੇ। ਸੋ BCD ਟ੍ਰਾਇੰਗਲ ਦਾ ਏਰੀਆ ਇੱਕ ਤਾਂ ਤੁਸੀਂ ਸੇਮ ਇਸੇ ਪੈਟਰਨ ਦੇ ਨਾਲ ਫਾਈਂਡ ਆਊਟ ਕਰ ਸਕਦੇ ਹਾਂ ਬਾਈ ਹਿਰਨਸ ਫਾਰਮੂਲਾ। ਦੂਸਰਾ ਕੀ ਹੈ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਇੱਥੇ ਕਰਕੇ ਉਹ ਈਜ਼ੀ ਹੈ। ਪਹਿਲਾਂ ਪੁਰਾਣੀਆਂ ਕਲਾਸਿਸ ਦੇ ਵਿੱਚ ਤੁਸੀਂ ਇਸੇ ਤਰੀਕੇ ਦੇ ਨਾਲ ਇੱਥੇ ਸੋਲਵ ਕੀਤਾ ਹੈ। ਸੋ ਸਾਡੇ ਕੋਲ ਜੋ BCD ਇਨ ਟ੍ਰਾਇੰਗਲ ਦੀ ਆਪਾਂ ਗੱਲ ਕਰੀਏ BC and D in triangle BCD angle C is equal to 90 degree। BC के 12 मीटर के बराबर गिवन है एंड DC के बराबर गिवन है 50। मैं इतने रफली डायग्राम उसकी बना देना है सेम। जिमें इत्थे B सी इत्थे C सी इत्थे D सी। जो BC सी वो कितना सीगा 12 मीटर गिवन सी। BC कितना गिवन है 12 मीटर। C एंगल राइट एंगल है एंड DC कितना गिवन है 5 मीटर। ਹੁਣ ਇਹ ਵੈਸੇ ਅਸੀਂ 13 ਮੀਟਰ ਫਾਈਂਡ ਆਊਟ ਕਰ ਲਿਆ ਸੀ। ਅਸੀਂ ਇਸ ਟ੍ਰਾਇੰਗਲ ਦਾ ਹਿਰਨਸ ਫਾਰਮੂਲੇ ਨਾਲ ਵੀ ਫਾਈਂਡ ਆਊਟ ਏਰੀਆ ਕਰ ਸਕਦੇ ਹਾਂ ਪਰ ਅਸੀਂ ਸਮ ਨੂੰ ਛੋਟਾ ਕਰਨ ਦੇ ਲਈ ਇਸ ਟ੍ਰਾਇੰਗਲ ਦਾ ਏਰੀਆ ਬਜਸ ਪੁਰਾਣੇ ਫਾਰਮੂਲੇ ਦੇ ਨਾਲ ਹੀ ਫਾਈਂਡ ਆਊਟ ਕਰ ਸਕਦੇ ਹਾਂ that is half base into perpendicular। so area of triangle BCD ਇਹ ਕਿਹਦੇ ਬਰਾਬਰ ਆਏਗਾ ਹਾਫ ਬੇਸ ਇਹਦਾ ਕੀ ਹੈ DC ਮਲਟੀਪਲਾਈਡ ਬਾय BC। BC ਦੀ ਹਾਈਟ ਹੈ। ਸੋ ਜਸਟ ਇਹਦੀਆਂ ਵੈਲਿਊਜ਼ ਫਿਲ ਕਰੋ ਇੱਥੇ। ਹਾਫ DC ਦੀ ਵੈਲਿਊ ਕਿੰਨੀ ਹੈ 5 BC ਦੀ ਵੈਲਿਊ ਕਿੰਨੀ ਹੈ 12। ਸੋ ਇਸ ਤੋਂ ਨੈਕਸਟ ਕੀ ਆਇਆ ਸਾਡੇ ਕੋਲ 5 ਨੂੰ 12 ਨਾਲ ਮਲਟੀਪਲਾਈ ਕਰੀ ਤਾਂ ਸਾਡੇ ਕੋਲ ਕਿੰਨਾ ਆਉਂਦਾ ਹੈ 60। 60 ਨੂੰ ਅਸੀਂ ਇੱਥੇ ਡਿਵਾਈਡ ਕਰੀਏ ਤਾਂ ਸਾਡੇ ਕੋਲ ਕਿੰਨਾ ਆਉਂਦਾ ਹੈ 30 2 ਦੇ ਨਾਲ। ਸੋ ਇਸ ਦਾ ਏਰੀਆ ਕਿੰਨਾ ਆ ਗਿਆ 30 ਮੀਟਰ ਸਕੁਅਰ।
सो उपर वाले जो सम सीगा उस दे विच साडे कोल एरिया कितना आया सीगा 6/35 मीटर स्क्वेयर। सो हुण जो साडे कोल गिवन सी ਅਸੀਂ फाइंड आउट की करना सीगा एरिया ऑफ ट्रायंगल ABD। सो एरिया ऑफ ट्रायंगल क्वाड्रिलेटरल ABC will equal to or is equal to area of triangle। सो जो कंप्लीट एरिया आएगा वो असी जो √335 है इसकी वैल्यू इत्थे फाइंड आउट करके भर के तो सो साडे कोल एरिया आउंदा है वो कितना आउंदा है 5.916 जो वैल्यू है √3 दी है 6 ਨੂੰ ਉਸ ਨਾਲ ਮਲਟੀਪਲਾਈ ਕਰਨਾ है प्लस किस ਨਾਲ करना है 13 ਨਾਲ। ਜਦੋਂ ਅਸੀਂ 6 ਨੂੰ ਮਲਟੀਪਲਾਈ ਕਰਦੇ ਹਾਂ 5.916 ਨਾਲ ਤਾਂ ਸਾਡੇ ਕੋਲ ਕੀ ਆਉਂਦਾ ਹੈ 35.496। ਇਸ ਨੂੰ ਜਦੋਂ ਅਸੀਂ ਪਲੱਸ ਕਰਦੇ ਹਾਂ 30 ਦੇ ਨਾਲ ਤਾਂ ਸਾਡੇ ਕੋਲ ਕੀ ਵੈਲਿਊ ਆਉਂਦੀ ਹੈ 65.496। ਜਦੋਂ ਅਸੀਂ ਇਹਨੂੰ ਰਾਉਂਡ ਆਫ ਕਰੀਏ ਇੱਥੇ ਜੋ 4 ਦੇ ਨੈਕਸਟ ਟਰਮ ਹੈ ਉਹ 9 है तो 4 राउंड ऑफ करके 5 हो जाएगा। सो असी इसकी वैल्यू की लिखी है 65.5 मीटर स्क्वेयर अप्रॉक्सीमेटली मीनस इस दे लागे बने बिल्कुल इस दे क्लोज। सो अंदाजा इन्ना का ये एरिया साढ़े को आ गया। सो ये तुहाडे इस एरिए का आंसर सी। सो नाओ मैं एक बार दोबारा रिवाइज कराऊंगा सारे सम नूं। सो इस तरीके दे नाल तुसीं बाकी सम्स भी सॉल्व करो तो मैनूं उन्हां दी फोटो सेंड करो। सो सब तो पहला एक पार्क सी वो क्वाड्रिलेटरल शेप दे विच सी ABCD उहदे विच जो एक साइड एंगल सी वो 90 डिग्री सानूं गिवन सी। सो उहदी जो साइड दी लेंथ सी क्वाड्रिलेटर दे वो भी सानूं गिवन सी। सो असीं इस जो गिवन ट्रायंगल है ABCD इसका एरिया फाइंड आउट करना सी। एरिया फाइंड आउट करने के लिए सानू असी इस डिवाइड किया BD ਨੂੰ ज्वाइन करके दो ट्रायंगल्स ਦੇ ਵਿੱਚ। ਹੁਣ ਸਾਡੇ ਕੋਲ ਦੋ ट्रायंगल आ गए ABD एंड BCD। ਹੁਣ ਇਹਨਾਂ ਦੋਨੋਂ ट्रायंगल्स ਦਾ एरिया फाइंड आउट करके ਅਸੀਂ ਕੀ ਕਰਨਾ ਸੀ ਇਸ कंप्लीट ट्रायंगल ਦਾ एरिया फाइंड आउट करना ਸੀਗਾ ਦੋਨਾਂ ਨੂੰ प्लस करके। पर ਸਾਡੇ ਕੋਲ BD नहीं सी। जो BD की है दोनों ट्रायंगल ਨਾਲ एक साइड जुड़ती है वो ਸਾਡੇ ਕੋਲ नहीं सी। सो ਅਸੀਂ ਕੀ ਕੀਤਾ पहला ट्रायंगल BCD जो है वो 90 डिग्री उसदे विच एंगल है। सो BCD जो ट्रायंगल सी वो 90 डिग्री राइट एंगल ट्रायंगल सी क्योंकि उसदे विच एंगल जो सी वो 90 सी। असी पाइथागोरस थ्योरम लगाई तो जो BD की वैल्यू फाइंड आउट की BD की वैल्यू आई 13 मीटर। इस तो नैक्सट असी की कीता फिर हुण जो साडे कोल साइड आ गई 13 मीटर तो असी जो ट्रायंगल सी AB एंड D इस ट्रायंगल का की फाइंड आउट करना है एरिया बाय हेरन्स फार्मूला। सो असी की कीता सब तो पहला हेरन्स फार्मूले के अकॉर्डिंग इतने तीन साइड्स लिख लिया। इसका जो सैमी पेरीमीटर है वो फाइंड आउट किया। सैमी पेरीमीटर फाइंड आउट करके साडे कोल सैमी पेरीमीटर की वैल्यू आ गई 15 वैल्यू की हैल्प के नाल असी जो तिने इहदे विच वैल्यूज सीगियां साइड्स दियां वो सारियां दी वैल्यूज भर के एक एरिया कैलकुलेट किया। वो 6/35 मीटर स्क्वेयर एरिया आ गया किस ट्रायंगल का ABD ट्रायंगल का। हुण इस तो नैक्सट असी जो BCD ट्रायंगल सी उस दे विच राइट एंगल ट्रायंगल सी उहदा एरिया सी हाफ बेस इंटू हाइट के फार्मूले नाल ईजीली फाइंड आउट कर सकते हैं। सो असी वो फार्मूला लगाया क्योंकि सैम लेंथी हो जाना सीगा। सो असी इसनूं 30 मीटर स्क्वेयर का एरिया फाइंड आउट किया। फिर जो एरिया ऑफ क्वाड्रिलेटर एज अ होल आना सी ਉਹਦੇ ਵਿੱਚ ਕੀ ਏਰੀਆ ਆਫ ਟ੍ਰਾਇੰਗਲ ABD ਐਂਡ ਏਰੀਆ ਆਫ ਟ੍ਰਾਇੰਗਲ BCD ਦੋਨਾਂ ਦਾ ਪਲੱਸ ਕੀਤਾ। ਦੋਵਾਂ ਦਾ ਅਸੀਂ ਫਾਈਂਡ ਆਊਟ ਕਰ ਲਿਆ ਸੀ ਏਰੀਆ। ਪਹਿਲੇ ਦਾ ਏਰੀਆ ਆਇਆ ਸੀ 635 ਐਂਡ ਸੈਕਿੰਡ ਦਾ ਆਇਆ ਸੀ 30 मीटर स्क्वेयर। सो दोनों प्लस करके साडे को जो वैल्यू अप्रॉक्सीमेटली आती है वो 65.5 मीटर स्क्वेयर आती है। सो ये साडे कोल जो क्वाड्रिलेटर गिवन सी उसका एरिया। हुण जो नैक्सट सम्स हैं उन्होंने भी सेम तुसीं फॉलो करना है।
ਕੋਈ ਕੁਆਡਰੀਲੇਟਰਲ ਹੈ ਉਸ ਨੂੰ ਡਿਵਾਈਡ ਕਰੋ, ਕਿੰਨੇ ਉਹ ਟਰਾਇੰਗਲ ਦੇ ਵਿੱਚ ਉਹਨੂੰ ਡਿਵਾਈਡ ਕਰ ਸਕਦੇ ਹਾਂ। ਟਰਾਇੰਗਲ ਦੀਆਂ ਸਾਈਡਸ ਕੰਪਲੀਟ ਫਾਈਂਡ ਕਰਨ ਦੀ ਕੋਸ਼ਿਸ਼ ਕਰੋ ਕਿਵੇਂ ਕਿਵੇਂ ਕਰ ਸਕਦੇ ਹੋ। ਤਾਂ ਉਸ ਤੋਂ ਬਾਅਦ ਸਾਰੇ ਟਰਾਇੰਗਲ ਦਾ ਏਰੀਆ ਫਾਈਂਡ ਆਊਟ ਕਰਕੇ ਜੋ ਵੀ ਸਮ ਦੇ ਵਿੱਚ ਤੁਹਾਨੂੰ ਗਿਵਨ ਹੈ ਉਹਦੇ ਅਕੋਰਡਿੰਗ ਉਸ ਕੁਆਡਰੀਲੇਟਰਲ ਦਾ ਏਰੀਆ ਫਾਈਂਡ ਆਊਟ ਕਰ ਲਓ। ਸੋ ਇਹ ਤਾਂ ਫਸਟ ਅਨਸੋਲਵਡ ਸਮ ਸੀਗਾ। ਪਹਿਲਾਂ ਤੁਸੀਂ ਟਰਾਈ ਕਰੋ ਜੋ ਸੋਲਵ ਐਗਜ਼ਾਮਪਲਸ ਹਨ। ਮੈਂ ਫਰਦਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੈਂ ਨੈਕਸਟ ਸਮਸ ਦੀ ਵੀਡੀਓਜ਼ ਵੀ ਬਣਾ ਕੇ ਭੇਜ ਦੂੰਗਾ। ਥੈਂਕਸ।